ਕਾਬ ਲੋਕ YouTube ਚੈਨਲ ਦੇ ਬੁੱਕ ਰਿਵਿਊ ਸੈਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਸੈਕਸ਼ਨ ਦੇ ਵਿੱਚ ਅਸੀਂ ਹਰ ਵਾਰ ਤੁਹਾਡੀ ਜਾਣ ਪਛਾਣ ਇੱਕ ਕਾਵਿ ਪੁਸਤਕ ਨਾਲ ਕਰਵਾਉਂਦੇ ਹਾਂ ਤੇ ਅੱਜ ਜਿਸ ਕਾਵਿ ਪੁਸਤਕ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਵਾਉਣ ਵਾਲੇ ਹਾਂ ਉਹ ਕਿਤਾਬ ਹੈ ਸੁਰਿੰਦਰ ਗਿੱਲ ਜੈਪਾਲ ਦੀ ਲਿਖੀ ਹੋਈ ਕਿਤਾਬ ਇੱਕ ਸਫ਼ਾ ਮੇਰਾ ਵੀ। ਸੁਰਿੰਦਰ ਗਿੱਲ ਜੈਪਾਲ ਦਾ ਨਾਮ ਪੰਜਾਬੀ ਕਵਿਤਾ ਵਿੱਚ ਤੇ ਖਾਸ ਤੌਰ ਤੇ ਇਸਤਰੀ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਿਲਕੁਲ ਵਿਲੱਖਣ ਨਾਮ ਹੈ। ਉਹਨਾਂ ਨੇ ਔਰਤ ਹੋਣ ਦੇ ਬਾਵਜੂਦ ਸਿਰਫ ਨਾਰੀ ਰੁਦਨ ਦੀ ਕਵਿਤਾ ਨਹੀਂ ਲਿਖੀ। ਉਹਨਾਂ ਦੀ ਕਵਿਤਾ ਸਮਾਜ ਦੇ ਸਮੁੱਚੇ ਦਰਦਾਂ ਦੀ ਕਵਿਤਾ ਹੈ। ਉਹਨਾਂ ਦੀ ਕਵਿਤਾ ਮਾਨਵਤਾ ਦੀ ਕਵਿਤਾ ਹੈ, ਮਾਨਵਤਾ ਦੇ ਚੰਗੇ ਭਵਿੱਖ ਦੀ ਕਵਿਤਾ ਹੈ। ਔਰ ਇਹ ਕਿਤਾਬ ਉਹਨਾਂ ਦੀ ਪਹਿਲੀ ਕਿਤਾਬ ਹੈ। ਹਾਲਾਂਕਿ ਉਹਨਾਂ ਨੂੰ ਕਵਿਤਾ ਲਿਖਦਿਆਂ ਲਗਭਗ ਅੱਧੀ ਸਦੀ ਦਾ ਸਮਾਂ ਹੋ ਗਿਆ ਹੈ। ਸ਼ੁਰੂ ਦੇ ਵਿੱਚ ਜਦੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਤੇ ਉਹ ਸਿੰਦਰ ਗਿੱਲ ਦੇ ਨਾਮ ਤੇ ਲਿਖਦੇ ਸੀ ਤੇ ਉਹਨਾਂ ਲਹਿਰਾਂ ਦਾ ਵੀ ਹਿੱਸਾ ਰਹੇ ਜਿਹੜੀਆਂ ਲਹਿਰਾਂ ਸਮਾਜ ਦੀ ਬਿਹਤਰੀ ਲਈ ਸੰਘਰਸ਼ਸ਼ੀਲ ਸਨ ਤੇ ਉਹਨਾਂ ਸਾਰੇ ਪਰਚਿਆਂ ਦੇ ਵਿੱਚ ਉਹਨਾਂ ਦੀਆਂ ਕਵਿਤਾਵਾਂ ਛਪਦੀਆਂ ਰਹੀਆਂ ਜਿਹੜੇ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਪਰਚੇ ਸਨ ਤੇ ਇਸ ਸਮਾਜ ਨੂੰ ਚੰਗੇ ਪਾਸੇ ਲਿਜਾਣ ਦੀ ਜੋ ਵੀ ਲਹਿਰ ਚੱਲ ਰਹੀ ਸੀ ਉਹਦੇ ਨਾਲ ਸੰਬੰਧਿਤ ਸਾਹਿਤ ਦੀ ਪ੍ਰਕਾਸ਼ਨਾ ਕਰਦੇ ਰਹਿੰਦੇ ਸਨ। ਫਿਰ ਸੁਰਿੰਦਰ ਗਿੱਲ ਜਿਹੜੀ ਉਹ ਸੁਰਿੰਦਰ ਗਿੱਲ ਜੈਪਾਲ ਹੋ ਗਏ ਤੇ ਫਿਰ ਉਹ ਪਰ ਅਧਿਆਪਕਾ ਬਣ ਗਏ ਤੇ ਬੱਚਿਆਂ ਦੇ ਕਾਲਜ ਦੀਆਂ ਲੜਕੀਆਂ ਦੇ ਹਰਮਨ ਪਿਆਰੇ ਅਧਿਆਪਕ ਬਣ ਗਏ। ਪਰ ਕਵਿਤਾ ਨਾਲ ਉਹਨਾਂ ਦਾ ਜੋ ਸੰਬੰਧ ਹੈ ਉਹ ਲਗਾਤਾਰ ਜਾਰੀ ਰਿਹਾ ਤੇ ਕਵਿਤਾ ਉਹ ਲਿਖਦੇ ਰਹੇ। ਉਹਨਾਂ ਦੀ ਨਜ਼ਰ ਦੇ ਵਿੱਚ ਕਵਿਤਾ ਕੀ ਹੈ, ਜੇ ਇਸ ਕਿਤਾਬ ਦੀ ਗੱਲ ਅਸੀਂ ਕਰਨ ਲੱਗੀਏ ਤਾਂ ਇਹ ਕਿਤਾਬ ਉਹਨਾਂ ਨੇ ਲੋਕ ਗੀਤਾਂ ਦੀ ਲੰਮੀ ਹੇਕ ਜਿਹੇ ਵਾਰਸ ਸੂਫੀਅਨ ਤੇ ਸਮਰ ਦੇ ਨਾਮ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਕਵਿਤਾ ਨਾਲ ਉਹਨਾਂ ਦਾ ਕਿਹੋ ਜਿਹਾ ਰਿਸ਼ਤਾ ਆ ਇਹਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਮੁੱਖਬੰਦ ਦੀ ਜਗ੍ਹਾ ਜਿਹੜੀਆਂ ਕੁਝ ਸਤਰਾਂ ਉਹਨਾਂ ਨੇ ਇਸ ਕਿਤਾਬ ਵਿੱਚ ਲਿਖੀਆਂ ਉਹ ਪੜ੍ਹ ਕੇ ਸੁਣਾਉਣੀਆਂ ਬੇਹੱਦ ਜ਼ਰੂਰੀ ਲੱਗ ਰਹੀਆਂ। ਉਹ ਕਹਿੰਦੇ ਨੇ ਕਿ ਕਵਿਤਾ ਮੇਰੇ ਅੰਦਰ ਦਾ ਅਨੁਵਾਦ ਹੈ, ਅੰਧਕਾਰ ਖਿਲਾਫ ਸਾਡੇ ਕੋਲ ਸੰਵਾਦੀ ਫੁਲਾਦੀ ਵਿਰਾਸਤ ਹੈ, ਹਰਫ ਦਾ ਬੋਲ ਵਿੱਚ ਤਬਦੀਲ ਹੋਣ ਦੀ ਤਵਾਰੀਖੀ ਪ੍ਰਕਿਰਿਆ ਵਿੱਚ ਜਨ ਸਮੂਹ ਦਾ ਆਪਣੇ ਲਹੂ ਵਿੱਚੋਂ ਬੇਖੌਫ ਉੱਠਣਾ ਹੈ। ਹਰਫ ਜਦੋਂ ਸ਼ਬਦ ਬਣਨ ਲਈ ਜੁੜਦੇ ਹਨ ਤਾਂ ਮਿੱਠਾ ਮਿੱਠਾ ਮੱਠਾ ਮੱਠਾ ਖੜਾਕ ਕਰਦੇ ਹਨ। ਇਹ ਖੜਾਕ ਮੈਨੂੰ ਸੁਣਦਾ ਹੈ, ਉਸ ਆਵਾਜ਼ ਦੀ ਕਾਗਜ਼ ਉੱਤੇ ਬਾਹੀ ਹੋਈ ਤਸਵੀਰ ਹੈ ਨਜ਼ਮ। ਅਸੀਂ ਤੇ ਸਾਡੇ ਸ਼ਬਦ ਹੋਰਾਂ ਦਾਨਿਸ਼ਵਰਾਂ ਨਾਲ ਮਿਲ ਕੇ ਸਾਵੀ ਸੱਤਾ ਤੇ ਨਾਬਰੀ ਤੋਂ ਬਰਾਬਰੀ ਦਾ ਬਰਤਾਂਤ ਸਿਰਜਣ ਦੇ ਆਹਰ ਵਿੱਚ ਹਨ। ਇਹ ਜੋ ਨਾਬਰੀ ਤੇ ਬਰਾਬਰੀ ਦਾ ਬਰਤਾਂਤ ਸਿਰਜਣ ਦੀ ਗੱਲ ਹੈ, ਇਹੀ ਅਸਲ ਦੇ ਵਿੱਚ ਸੁਰਿੰਦਰ ਗਿੱਲ ਜੈਪਾਲ ਦੀ ਕਵਿਤਾ ਦੀ ਵਿਲੱਖਣਤਾ ਹੈ। ਕਿਉਂਕਿ ਕਵਿਤਾ ਨੂੰ ਆਪਣੇ ਅੰਦਰ ਦੇ ਸੰਵਾਦ ਨਾਲ ਜੋੜ ਕੇ ਪ੍ਰਗਟ ਕਰਨਾ ਤੇ ਸਮਾਜ ਦੇ ਵਿੱਚ ਜੋ ਕੁਝ ਮਾੜਾ ਹੋ ਰਿਹਾ, ਜੋ ਮੰਦਾ ਹੋ ਰਿਹਾ ਉਹਦੇ ਉੱਤੇ ਉਂਗਲ ਧਰਨਾ ਤੇ ਉਹਨੂੰ ਕਾਵਿ ਬੋਧ ਵਿੱਚ ਪਰਿਵਰਤਿਤ ਕਰਕੇ ਜਿਹੜਾ ਉਹ ਅੱਗੇ ਜਿਹੜਾ ਉਹ ਭਾਵ ਬੋਧ ਤੱਕ ਲੈ ਕੇ ਜਾਣਾ ਔਰ ਜਨ ਸਧਾਰਨ ਦੇ ਵਿੱਚ ਔਰ ਪਾਠਕ ਦੇ ਵਿੱਚ ਸਰੋਤਾ ਦੇ ਵਿੱਚ ਉਹ ਚਿਣਗ ਪੈਦਾ ਕਰਨੀ ਕਿ ਉਹ ਜਿਹੜਾ ਇਸ ਸਮਾਜ ਨੂੰ ਬਿਹਤਰ ਬਣਾਉਣ ਲਈ ਜਾਗਰੂਕ ਹੋਵੇ। ਇਹ ਕਵਿਤਾ ਦਾ ਜਿਹੜਾ ਧਰਮ ਹੈ ਔਰ ਕਵਿਤਾ ਦਾ ਇਹ ਜੋ ਕਰਮ ਹੈ, ਇਹ ਜੋ ਕਵਿਤਾ ਦਾ ਪ੍ਰਕਾਰਜ ਹੈ, ਇਹਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੁਰਿੰਦਰ ਗਿੱਲ ਜੈਪਾਲ ਇਸ ਜਿਹੜੀ ਉਹ ਜਗਿਆਸਾ ਨੂੰ, ਇਸ ਪ੍ਰਕਾਰਜ ਨੂੰ ਪ੍ਰਣਾਈ ਹੋਈ ਕਵਿਤਰੀ ਹੈ। ਤੇ ਪਹਿਲੀ ਕਵਿਤਾ ਜਿਹੜੀ ਇਸ ਕਿਤਾਬ ਦੀ ਹੈ ਉਹਨੂੰ ਮੈਂ ਕੋਟ ਕਰਨਾ ਚਾਹੁੰਦਾ। ਉਸ ਕਿਤਾਬ ਦਾ ਸਿਰਲੇਖ ਹੈ ਰੌਲਾ ਨਹੀਂ ਪਲੀਜ਼। ਰੌਲਾ ਨਹੀਂ ਪਲੀਜ਼, ਮੈਂ ਮੁੱਦਤ ਬਾਅਦ ਆਪਣੇ ਆਪ ਕੋਲ ਬੈਠੀ ਹਾਂ, ਰੂਹ ਦੇ ਸਫ਼ੇ 'ਤੇ ਆਪਣੇ ਹੋਣ ਦੇ ਅੱਖਰ ਲਿਖਣ। ਮੈਂ ਮੁੱਦਤ ਬਾਅਦ
ਆਪਣੇ ਆਪ ਕੋਲ ਬੈਠੀ ਹਾਂ, ਰੂਹ ਦੇ ਸਫ਼ੇ ਤੇ ਆਪਣੇ ਹੋਣ ਦੇ ਅੱਖਰ ਲਿਖਣ, ਕੋਈ ਸੰਖ ਘੜਿਆਲ ਅਜ਼ਾਨ, ਕੋਈ ਸੰਖ ਘੜਿਆਲ ਆਜ਼ਾਨ, ਭੰਗ ਨਾ ਕਰੇ ਮੇਰੀ ਬਿਰਤੀ, ਮੈਂ ਆਪਣੀ ਚੁੱਪ ਨਾਲ ਗੰਭੀਰ ਸੰਵਾਦ ਵਿੱਚ ਹਾਂ। ਇਹ ਆਪਣੀ ਚੁੱਪ ਨਾਲ ਗੰਭੀਰ ਸੰਵਾਦ ਵਿੱਚ ਹੋਣਾ ਜਿਹੜਾ ਇਹੀ ਅਸਲ ਦੇ ਵਿੱਚ ਜਿਹੜਾ ਉਹ ਮੁਲਾਂਕਣ ਕਰਨਾ ਹੈ ਆਪਣੇ ਸਾਰੇ ਆਲੇ ਦੁਆਲੇ ਦਾ। ਇਹੀ ਜਿਹੜਾ ਆਪਣੇ ਆਲੇ ਦੁਆਲੇ ਨੂੰ ਇੱਕ ਦਰਸ਼ਨੀ ਸੋਚ ਨਾਲ ਜਿਹੜਾ ਉਹਨੂੰ ਹੰਗਾਲਣਾ ਤੇ ਉਹਦੇ ਵਿੱਚੋਂ ਆਪਣੇ ਵਿਚਾਰ ਜਿਹੜੇ ਨੇ ਉਹਨੂੰ ਕਾਵਿ-ਬੋਧ ਰਾਹੀਂ ਪਰਿਵਰਤਿਤ ਕਰਕੇ ਲੋਕਾਂ ਨੂੰ ਔਰ ਜਿਹਨੂੰ ਅਸੀਂ ਕਹਿੰਦੇ ਕਿ ਜਨ ਸਮੂਹ ਨੂੰ ਜਾਗਰੂਕ ਕਰਨਾ ਔਰ ਚੰਗੇ ਸਮਾਜ ਦੀ ਬਿਹਤਰੀ ਵਾਸਤੇ ਔਰ ਸਿਰਜਣਾ ਵਾਸਤੇ ਜਿਹੜਾ ਉਹ ਅੱਗੇ ਵਧਣਾ, ਇਹ ਸਾਹਿਤ ਦਾ ਮੂਲ ਪ੍ਰਕਾਰ ਜਿਹੜਾ ਉਹ ਮੰਨਿਆ ਗਿਆ, ਮੂਲ ਸੁਨੇਹਾ ਜਿਹੜਾ ਉਹ ਮੰਨਿਆ ਗਿਆ। ਕਿਉਂਕਿ ਆਪਣੇ ਆਪ ਨੂੰ ਸਮਝਣ ਦੀ ਪ੍ਰਕਿਰਿਆ ਰਾਹੀਂ ਹੀ ਜਿਹੜੀ ਹੈ ਉਹ ਕਵਿਤਾ ਅਸਲ ਦੇ ਵਿੱਚ ਹੋਂਦ ਵਿੱਚ ਆਉਂਦੀ ਹੈ ਤੇ ਮਨੁੱਖ ਦਾ ਸਵੈ ਨਾਲ ਜੋ ਸੰਵਾਦ ਹੈ ਉਹੀ ਜਿਹੜਾ ਹੈ ਅਸਲ ਦੇ ਵਿੱਚ ਕਵਿਤਾ ਜਾਂ ਸਾਹਿਤ ਦਾ ਮੂਲ ਰੂਪ ਵਿੱਚ ਪ੍ਰਕਾਰਜ ਹੁੰਦਾ ਹੈ। ਔਰ ਇਹ ਸਾਰਾ ਖਿਲਾਰਾ ਜਿਹੜਾ ਜਿਹਨੂੰ ਅਸੀਂ ਇਹ ਦੁਨੀਆ ਦਾ ਸਾਰਾ ਖਿਲਾਰਾ ਕਹਿੰਦੇ ਹਾਂ, ਸੁਰਿੰਦਰ ਗਿੱਲ ਇਹਨੂੰ ਇੱਕ ਤਰ੍ਹਾਂ ਨਾਲ ਜਿਹੜਾ ਪ੍ਰਕੀਰਤਾਤਮਕ ਤੌਰ ਤੇ ਇਹਨੂੰ ਇੱਕ ਕਿਤਾਬ ਮੰਨ ਲੈਂਦੇ ਨੇ ਕਿ ਇਹ ਸਾਰਾ ਖਿਲਾਰਾ ਇੱਕ ਕਿਤਾਬ ਵਾਂਗ ਹੈ ਤੇ ਮਨੁੱਖ ਜਿਹੜਾ ਇਸ ਕਿਤਾਬ ਦੇ ਵਿੱਚੋਂ ਆਪਣੇ ਆਪ ਦੀ ਤਲਾਸ਼ ਕਰਦਾ ਹੈ ਕਿ ਉਹਦੀ ਜਗ੍ਹਾ ਕਿੱਥੇ ਹੈ। ਕਿਉਂਕਿ ਸਾਰੇ ਦਾ ਸਾਰਾ ਪ੍ਰਕਾਰਜ ਜਿਹੜਾ ਉਹ ਮਨੁੱਖ ਦਾ ਆਪਣੀ ਜਗ੍ਹਾ ਦੀ ਤਲਾਸ਼ ਕਰਨਾ ਹੈ ਕਿ ਤੁਹਾਡੀ ਹੋਂਦ ਜਿਹੜੀ ਹੈ ਉਹਦਾ ਜਿਹੜਾ ਉਹ ਆਪਣੀ ਹੋਂਦ ਨੂੰ ਜਿਹੜਾ ਹੈ ਉਹ ਪ੍ਰਗਟ ਕਰਨਾ ਤਾਂ ਇੱਕ ਗੱਲ ਹੈ, ਲੇਕਿਨ ਤਲਾਸ਼ਣਾ ਇਸ ਸਾਰੇ ਖਿਲਾਰੇ ਦੇ ਵਿੱਚੋਂ ਆਪਣੇ ਆਪ ਨੂੰ ਤਲਾਸ਼ਣਾ, ਆਪਣੀ ਸਪੇਸ ਪਾਲਣਾ ਜਿਹੜਾ ਇਹੀ ਸਮੁੱਚਾ ਪ੍ਰਕਾਰਜ ਹੁੰਦਾ ਹੈ ਕਿਸੇ ਵੀ ਵਿਅਕਤੀ ਦਾ ਔਰ ਕਿਸੇ ਵੀ ਅੱਗੋਂ ਫਿਰ ਸਾਹਿਤਕਾਰ ਦਾ ਕਿ ਉਹਦੀ ਪਛਾਣ ਨੂੰ ਜਿਹੜਾ ਉਹ ਕਿਸ ਤਰ੍ਹਾਂ ਉਹ ਪ੍ਰਗਟ ਕਰਦਾ ਹੈ। ਔਰ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਇਸ ਤਲਾਸ਼ ਦੀ, ਇਸ ਭਟਕਣਾ ਦੀ ਜਿਹੜੀ ਹੈ ਉਹ ਕਵਿਤਾ ਨੂੰ ਜਿਹੜਾ ਉਹਨੂੰ ਕਾਵਿ ਰੂਪ ਦੇ ਵਿੱਚ ਢਾਲ ਕੇ ਸੁਰਿੰਦਰ ਗਿੱਲ ਨੇ ਇਸ ਕਿਤਾਬ ਦੀ ਸਿਰਜਣਾ ਕੀਤੀ ਹੈ। ਤੇ ਇਸ ਕਿਤਾਬ ਦੀਆਂ ਜਿਹੜੀਆਂ ਜੇ ਅਸੀਂ ਕਵਿਤਾਵਾਂ ਦੀ ਗੱਲ ਕਰੀਏ ਕਿ ਇਹਦੇ ਵਿੱਚ ਬੇਸ਼ੁਮਾਰ ਕਵਿਤਾਵਾਂ ਇਸ ਤਰ੍ਹਾਂ ਦੀਆਂ ਜਿਹਦੇ ਵਿੱਚ ਇਸ ਸਿਰਲੇਖ ਵਾਲੀ ਕਵਿਤਾ ਤਾਂ ਹੈ ਹੀ ਆ ਕਿ ਇੱਕ ਸਫਾ ਮੇਰਾ ਵੀ, ਉਸ ਤੋਂ ਬਿਨਾਂ ਸ਼ਬਦਾਂ ਦੀ ਔਧ, ਲਫ਼ਜ਼ਾਂ ਦੀ ਸਿਆਸਤ, ਚਾਨਣ ਦੀਆਂ ਪਗਡੰਡੀਆਂ, ਖੁਦਕਸ਼ੀ ਨੋਟ, ਮੇਰੀ ਸਲਤਨਤ, ਬੰਬਾਂ ਦਾ ਧਰਮ, ਰਿਜ਼ਕ ਤੇ ਮਾਂ ਬੋਲੀ, ਕਿਤਾਬਾਂ ਪੜ੍ਹਦੀਆਂ ਕੁੜੀਆਂ ਤੇ ਕਸ਼ਮੀਰ, ਇਹ ਇਹੋ ਜਿਹੀਆਂ ਕਵਿਤਾਵਾਂ ਆ ਇਸ ਕਿਤਾਬ ਦੇ ਵਿੱਚ ਜਿਹੜੀਆਂ ਜਦੋਂ ਵਿਅਕਤੀ ਪੜ੍ਹਦਾ ਤੇ ਉਹ ਪਹਿਲਾਂ ਵਰਗਾ ਨਹੀਂ ਰਹਿੰਦਾ। ਇੱਕ ਨਿੱਕੀ ਜਿਹੀ ਕਵਿਤਾ ਹੈ ਜਸ਼ਨ, ਕਹਿੰਦਾ ਚੱਲ ਬਣ ਠਣ ਕੇ ਮੇਲੇ ਚੱਲੀਏ, ਲੰਘ ਗਏ ਸਾਲਾਂ ਦੀ ਦਰਗਾਹ ਤੇ ਸੀਸ ਨਵਾਈਏ, ਬਰਫ਼ ਗੋਲਾ ਖਾਈਏ, ਹੁਣ ਦੇ ਪਲਾਂ ਦਾ ਜਸ਼ਨ ਮਨਾਈਏ। ਇਹ ਬਰਫ਼ ਗੋਲਾ ਤੇ ਹੁਣ ਦੇ ਸਾਲਾਂ ਦਾ ਜਸ਼ਨ ਕਿ ਅੱਜ ਦੀ ਸਿਚੁਏਸ਼ਨ ਜਿਹੜੀ ਹੈ, ਅੱਜ ਦੀ ਜੋ ਸਥਿਤੀ ਹੈ ਉਹਨੂੰ ਬਰਫ਼ ਗੋਲੇ ਦੀ ਸੰਗਿਆ ਦੇਣਾ ਤੇ ਬਰਫ਼ ਗੋਲੇ ਨੂੰ ਖਾਣਾ ਆਪਣੇ ਆਪ ਦੇ ਵਿੱਚ ਇੱਕ ਕਮਾਲ ਦੀ ਜਿਹੜੀ ਹੈ ਉਹ ਸਿਰਜਣਾਤਮਕਤਾ ਹੈ। ਇਹਦੀ ਇੱਕ ਹੋਰ ਨਿੱਕੀ ਜਿਹੀ ਕਵਿਤਾ ਹੈ ਸਿਰਨਾਮਾ। ਇਹ ਸੁਰਿੰਦਰ ਗਿੱਲ ਕਹਿੰਦੀ ਹੈ ਕਿ ਹਯਾਤੀ ਪੁੱਛਿਆ ਦੱਸ ਨਹੀਂ ਜਿੰਦੇ, ਹਲਦੀ ਰੰਗਿਆ ਖਤ ਤੇਰੇ ਨਾਂ ਦਾ ਕਿਸ ਪਤੇ ਤੇ ਪਾਵਾਂ। ਹਯਾਤੀ ਪੁੱਛਿਆ ਦੱਸ ਨਹੀਂ ਜਿੰਦੇ, ਹਲਦੀ ਰੰਗਿਆ ਖਤ ਤੇਰੇ ਨਾਂ ਦਾ ਕਿਸ ਪਤੇ ਤੇ ਪਾਵਾਂ। ਜਿੰਦ ਕਿਹਾ ਰਤਾ ਠਹਿਰ ਨਹੀਂ ਉਮਰੇ, ਸ਼ਾਹ ਰਗ ਦੀ ਪਗਡੰਡੀ ਉੱਤੇ ਤੁਰਦੀ ਤੁਰਦੀ ਲੱਭਦੀ ਪਈਆਂ ਮੈਂ ਆਪਣਾ ਸਰਨਾਮਾ। ਇਹ ਮੈਂ ਆਪਣਾ ਸਰਨਾਮਾ ਲੱਭਣਾ ਹੀ ਜਿਹੜਾ ਇਹ ਅਸਲ ਦੇ ਵਿੱਚ ਕਵਿਤਾ ਦਾ ਧਰਮ ਹੈ, ਕਵਿਤਾ ਦਾ ਕਰਮ ਹੈ। ਤੇ ਅਖੀਰ ਦੇ ਵਿੱਚ ਮੈਂ ਉਸ ਕਵਿਤਾ ਵੱਲ ਵੀ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹੈ ਜਿਹੜਾ ਉਹਨਾਂ ਨੇ ਆਪਣੀ ਇੱਕ ਤਸਵੀਰ ਦੇ ਨਾਲ ਇਸ ਕਿਤਾਬ ਦੇ ਆਖਰੀ ਸਰਵਰਕ ਦੇ ਉੱਤੇ ਲਿਖਿਆ। ਔਰ ਇਹ ਆਖਰੀ ਸਰਵਰਕ ਦੇ ਉੱਤੇ ਆਪਣੀ ਤਸਵੀਰ ਨਾਲ ਜੋ ਕਵਿਤਾ ਉਹਨਾਂ ਨੇ ਲਿਖੀ ਹੈ ਇਹ ਵੀ ਬੇਹੱਦ ਜ਼ਰੂਰੀ ਹੈ ਇਹਦੇ ਵੱਲ ਧਿਆਨ ਦੇਣਾ। ਔਰ ਇਹ ਕਵਿਤਾ ਇੱਕ ਤਰ੍ਹਾਂ ਨਾਲ ਇਸ ਸੰਗ੍ਰਹਿ ਦੀ ਪ੍ਰਤੀਨਿਧ ਕਵਿਤਾ ਕਹੀ ਜਾ ਸਕਦੀ ਹੈ ਤੇ ਸੁਰਿੰਦਰ ਗਿੱਲ ਦੀ ਸਮੁੱਚੀ ਕਵਿਤਾ ਦਾ ਨਿਚੋੜ ਕਹੀ ਜਾ ਸਕਦੀ ਹੈ। ਉਹ ਕਹਿੰਦੇ ਨੇ ਕਿ ਚੁੱਲ੍ਹੇ ਦੀ ਭੁੱਬਲ ਵਿੱਚ ਪਾਥੀ ਧਰ, ਜਿਵੇਂ ਸਵੇਰ ਲਈ ਅੱਗ ਸਾਂਭਦੀਆਂ ਸਾਂ, ਇਵੇਂ ਹੀ ਕ੍ਰਾਂਤੀ ਦੀ ਲਾਟ ਲੋਰੀਆਂ ਦੇ ਗੀਤਾਂ ਵਿੱਚ ਦੱਬ, ਬੱਚਿਆਂ ਦੇ ਸੀਨੇ ਵਿੱਚ ਕੱਲ੍ਹ ਲਈ ਸਾਂਭ ਰੱਖਦੀਆਂ ਹਾਂ। ਜਿਵੇਂ
ਸਵੇਰ ਦੀ ਅੱਗ ਸਾਂਭ ਰੱਖਦੀਆਂ ਸਾਂ, ਇਵੇਂ ਹੀ ਕ੍ਰਾਂਤੀ ਦੀ ਲਾਟ ਲੋਰੀਆਂ ਦੇ ਗੀਤਾਂ ਵਿੱਚ ਦੱਬ ਬੱਚਿਆਂ ਦੇ ਸੀਨਿਆਂ ਵਿੱਚ ਕੱਲ ਲਈ ਸਾਂਭ ਰੱਖਦੀਆਂ ਹਾਂ। ਨੇਰੀਆਂ ਰਾਤਾਂ ਵਿੱਚ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਕਰਨਾ ਸੁਆਣੀਆਂ ਲਈ ਕਿੰਨਾ ਜ਼ਰੂਰੀ ਹੈ। ਭਵਿੱਖ ਲਈ ਜੋ ਰੋਲ ਹੁੰਦਾ ਹੈ ਇੱਕ ਮਾਂ ਦਾ, ਜੋ ਰੋਲ ਹੁੰਦਾ ਹੈ ਇੱਕ ਔਰਤ ਦਾ, ਆਪਣੇ ਬੱਚਿਆਂ ਨੂੰ, ਆਪਣੀ ਹੁਣ ਦੀ ਪੀੜ੍ਹੀ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਾਸਤੇ, ਔਰ ਜੋ ਕ੍ਰਾਂਤੀ ਦੀ ਅੱਗ ਹੈ ਉਹ ਬੱਚਿਆਂ ਦੇ ਅੰਦਰ ਉਹਦਾ ਨਿੱਘ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ। ਤਾਂ ਹੀ ਸਮਾਜ ਜਿਹੜਾ ਹੈ ਉਹ ਅੱਗੇ ਵੱਧ ਸਕਦਾ ਹੈ, ਤਾਂ ਹੀ ਸਮਾਜ ਜਿਹੜਾ ਹੈ ਉਹ ਚੰਗੀ ਸਿਰਜਣਾ ਵੱਲ ਅੱਗੇ ਜਾ ਸਕਦਾ ਹੈ। ਕਵਿਤਾ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਤੇ ਇਹ ਕਿਤਾਬ ਜ਼ਰੂਰ ਪੜ੍ਹਿਓ, ਕਿਉਂਕਿ ਕਵਿਤਾ ਦਾ ਜੋ ਪ੍ਰਕਾਰਜ ਹੈ, ਜੋ ਅਸਲ ਵਿੱਚ ਕਵਿਤਾ ਦੀ ਸਮਾਜਿਕ ਹੋਂਦ ਹੋਣੀ ਚਾਹੀਦੀ ਹੈ, ਉਹਦੀ ਬਹੁਤ ਅੱਛੀ ਗਵਾਹੀ ਦਿੰਦੀ ਹੈ ਇਹ ਕਿਤਾਬ। ਇੱਕ ਸਫ਼ਾ ਮੇਰਾ ਵੀ। ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਕਿਤਾਬ ਨਾਲ। ਧੰਨਵਾਦ।